ਕਾਲਾ ਕੀ ਮਸਲਾ ਕੀ ਕਹਿਣਾ ਚਾਹੁੰਦੇ? मैं यही कहना चाहना जी, किसी गरीब ने दिहाड़ी लानी और किसी के घरे आटा है नहीं गा, किसी के कुछ दुध है नहीं गा, तो इन्होंने इतने धरना ला लिया। तो हुण मैनूं दसो भी बच्चों वास्ते कित्थे ले आवांगे? चार साडे जवाक आ, इन्हां दा तां बाई सरदा, साडा सरदा नहीं बाई यार। साडे वास्ते कुछ नहीं करदे जी, ये फोटोआं साडियां खिच के लै जांदे बाई, तो काम नहीं करते, आपदा काम कढ़ लैंदे आ। एक बारी सानूं कहंदे इत्थे चादर पवावांगे, वो भी नहीं सानूं पवा के दित्तियां। आधार कार्ड ते फोटोआं लै के बहुत कुछ कीता इन्हां ने, पर हुण बाई ये गरीब बंदे असीं आ सड़क ते पहले पासे खड़े आ, इत्थे कहदा कोई दुੱਧ है नहीं, कदे आटा है नहीं, इन्हां ने आके धरना ला लिया। ਇਹਨਾਂ ਦੇ ਧਰਨੇ ਲਾਉਣ ਨਾਲ ਇਸ ਨਾਲ ਤੁਹਾਨੂੰ ਤੁਹਾਡੇ ਕੰਮ ਤੇ ਫਰਕ ਪੈਂਦਾ? ਪੈਂਦਾ ਜੀ, ਪੈਂਦਾ। ਤੇ ਇੱਥੇ 10 ਬੰਦੇ ਨੇ ਹੋਰ ਦਿਹਾੜੀ ਲਾਉਣੀ ਆ, ਹੁਣ ਗਾਹਕ ਦੱਸੋ ਕਿੱਥੇ ਆ ਕੇ ਖੜੂਗਾ? ਸਾਰੀ ਉਧਰੋਂ ਸੜਕ ਰੋਕਤੀ, ਸਾਰੀ ਇੱਧਰੋਂ ਰੋਕਤੀ। ਬਾਈ ਇਹੀ ਮਿਹਨਤ ਆਪਣੀ। ਇਹ ਕਹਿੰਦੇ ਆ ਵੀ ਸਾਡੇ ਲੋਕ ਮਗਰ ਨਹੀਂ ਲੱਗਦੇ। ਅਸੀਂ ਨਹੀਂ ਲੱਗਦੇ ਜੀ, ਅਸੀਂ ਲੱਗ ਕੇ ਕੀ ਕਰਾਂਗੇ? ਪਹਿਲਾਂ ਸਾਡਾ ਕੁਝ ਵੀ ਨਹੀਂ ਕੀਤਾ ਇਹਨਾਂ ਨੇ, ਕੋਈ ਸਾਨੂੰ ਤਲਕਤ ਨਹੀਂ ਇਹਨਾਂ ਦੀ। ਹੁਣ ਤੁਸੀਂ ਮੈਨੂੰ ਐਂ ਦੱਸੋ, ਲੱਗਦਾ ਵੀ ਇਹ ਜਿਹੜੇ ਤਾਂ ਹੀ ਮਜ਼ਦੂਰ ਕਾਮਯਾਬ ਨਹੀਂ ਹੁੰਦੇ, ਜਿਹੜੇ ਆਗੂ ਆ ਇਹਨਾਂ ਦੇ ਉਹ ਸਹੀ ਨਹੀਂ? ਸਭ ਸਹੀ ਹੈ ਜੀ, ਕੋਈ ਕਿੰਨੇ ਕਮਾਉਂਦਾ, ਕੋਈ ਕਿੰਨੇ ਕਮਾਉਂਦਾ, ਸਾਨੂੰ ਕੋਈ ਪ੍ਰੋਬਲਮ ਨਹੀਂ ਇੱਥੇ, ਕੋਈ ਦੁੱਖ ਨਹੀਂ ਸਾਡੇ ਬੰਦੇ ਨੂੰ ਕਿਸੇ ਨੂੰ। ਇਹਨਾਂ ਨੇ ਬਸ ਇੱਕ ਐਂ ਦੇਖ ਲਿਆ ਵੀ ਇੱਥੇ ਬੰਦੇ ਬੈਠਾ ਚੌਂਕ ਦੇ, ਉਹਨਾਂ ਨਾਲ ਸਾਡਾ ਕੋਈ ਪ੍ਰਭਾਵ ਪੈ ਜਾਊਗਾ, ਠੀਕ ਹੈ ਨਾ ਜੀ? ਹਾਂ, ਤੇ ਮਾੜਾ ਜਿਹਾ ਇਹਨਾਂ ਨੂੰ ਦੱਸ ਦਿਓ ਜੀ ਬਾਈ ਜੀ, ਠੀਕ ਹੈ ਨਾ? ਸਾਨੂੰ ਕੋਈ ਲੋੜ ਨਹੀਂ ਇਹਨਾਂ ਦੇ ਝੰਡੇ ਦੀ, ਇਹ ਆਪਦਾ ਮਸਲਾ ਹੱਲ ਕਰਦੇ ਆ ਬਾਈ, ਸਾਡਾ ਕੁਝ ਵੀ ਨਹੀਂ ਕਰਦੇ। ਐਂ ਕਰਿਓ, ਅਸੀਂ ਮਗਰ ਲੱਗ ਜਾਂਦੇ ਆ ਤੇ ਸਾਡਾ ਹੱਲ ਕਰ ਦੇਣਾ, ਕਰਵਾ ਦੇਣਾ ਹੱਲ। ਨਹੀਂ ਕਰਵਾ ਸਕਦੇ ਜੀ, ਸਾਡੇ ਨਾਲ 2 ਵਾਰੀ ਹੋ ਗਈ ਜੀ। ਮੇਰਾ ਨਾਮ ਮਹੀਪਾਲ ਹੈ ਜੀ, ਮੈਂ JPMO ਦਾ ਸੂਬਾਈ ਆਗੂ ਹਾਂ। ਅੱਜ ਅਸੀਂ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ। ਪਹਿਲਾਂ ਵੱਖ-ਵੱਖ ਗੇਟਾਂ ਤੇ ਜਾ ਕੇ ਆਏ ਹਾਂ। ਇਸ ਵਾਰ ਦਾ ਮਈ ਦਿਵਸ ਆ ਜਿਹੜਾ, ਉਹ 2 ਗੱਲਾਂ ਕਰਕੇ ਬੜਾ ਗੰਭੀਰ ਹੈ। ਪਹਿਲੀ ਗੱਲ ਇਹ ਆ ਕਿ ਹਿੰਦੁਸਤਾਨ ਦੀ ਜੇ ਕੁੱਲ ਜਾਇਦਾਦ ਆਪਾਂ ਗਿਣ ਲਈਏ 50 ਲੱਖ ਕਰੋੜ 70 ਲੱਖ ਕਰੋੜ ਜਿੰਨੀ ਵੀ ਹੈ, ਉਹਦਾ ਅੱਧਾ ਸਿਰਫ ਹਿੰਦੁਸਤਾਨ ਦੇ 9 ਬੰਦੇ ਦੱਬੀ ਬੈਠੇ, ਔਰ ਬਾਕੀ ਦੀ ਜਿਹੜੀ 50% ਹੈ ਉਹ 140 ਕਰੋੜ ਲੋਕਾਂ 'ਚ ਵੰਡੀ ਗਈ। ਉਹਨਾਂ 'ਚੋਂ ਕਈ ਐਸੇ ਆ ਜਿਨ੍ਹਾਂ ਨੂੰ 50 ਰੁਪਏ ਰੋਜ਼ ਦੀ ਵੀ ਕਮਾਈ ਨਹੀਂ, ਕੋਈ 500-400 ਵਾਲਾ, ਕੋਈ 100 ਵਾਲਾ ਹੈ। यानी 140 करोड़ जनता कुरबल कर रही है, दिनकटी कर रही है, और 9 बंदे देश की अद्धी जायदाद ते काबज होए बैठे। महंगाई दिनों दिन वध रही है, काम है नहीं। इसे चौंक च लोग आउंदे है, खड़ के मुड़ जाते हैं। काम करने वाले की मर्जी नहीं भी दिहाड़ी कितनी मिलूगी, ले जाने वाले की मर्जी है। रेट कोई नहीं गरीब का, अगले की मर्जी है जिन्ने मर्जी दे। महंगाई बेरोजगारी दिनों दिन वध रही है। करोना काल च 90% लोगों दी आमदना घटियां। अडानी अंबानी की आमदन वधदी गई है। एक घंटे का 10,000 करोड़ रुपया भी कई दिन अडानी ने कल्ले ने कमाया। तो सानू दिता की जा रहा, साडे गरीबां दे मुंडियां नूं त्रिशूलां फड़ा के, बरछे फड़ा के, भगवे झंडे फड़ा के मसीतां ते हमले कराए जा रहे हैं। साडा मसीतां नाल की रौला, मंदिरां नाल साडा की रौला, साडा गुरुद्वारियां नाल की रौला। असीं किरत करन वाले लोक आ, असीं किरत मंगदे आ ते किरत दा मुੱਲ मंगदे आ। ਉਹ ਡਰਦੇ ਆ ਵੀ ਇਹ ਕਿਰਤ ਦਾ ਮੁੱਲ ਮੰਗਣਗੇ, ਰੁਜ਼ਗਾਰ ਮੰਗਣਗੇ, ਇਹਨਾਂ ਨੂੰ ਪੁੱਠੇ ਪਾਸੇ ਲਾਓ। ਔਰ ਇਸੇ ਦੀ ਕੜੀ ਹੈ ਜਿਹੜੀ ਘਟਨਾ 29 ਤਰੀਕ ਨੂੰ ਪਟਿਆਲੇ ਹੋਈ। ਪਰੇ ਲੈ ਜਾ ਕੰਮ। 29 ਤਰੀਕ ਨੂੰ ਜਿਹੜੀ ਘਟਨਾ ਪਟਿਆਲੇ ਹੋਈ, ਕੋਈ ਰੌਲਾ ਨਹੀਂ ਹਿੰਦੂਆਂ ਦਾ, ਕੋਈ ਰੌਲਾ ਨਹੀਂ ਸਿੱਖਾਂ ਦਾ। ਸ਼ਰਾਰਤੀ ਬੰਦੇ ਉੱਧਰ ਹੈ, ਸ਼ਰਾਰਤੀ ਬੰਦੇ ਉੱਧਰ ਹੈ। ਜੇ ਮੌਕੇ ਤੇ ਲੋਕ ਚੌਕਸ ਨਾ ਹੁੰਦੇ ਤੇ ਪਟਿਆਲੇ 'ਚ ਅੱਗ ਲੱਗ ਜਾਣੀ ਸੀ, ਔਰ ਉਹ ਪਟਿਆਲੇ ਦੀ ਅੱਗ ਸਾਰੇ ਪੰਜਾਬ 'ਚ ਫੈਲਣੀ ਸੀ। 1980 वाला दहाका दोबारे आ सकता है। इसलिए 2 मसले है। पहला मसला ये आ कि लुट गरीबां दी बंद होवे, अमीर जिहड़े करते हैं, बिरले टाटे अडानी अंबानी, सब नूं रोज़गार मिले, महंगाई ते काबू होवे, हरेक गरीब दा बच्चा पढ़े, इहदा इंतजाम सरकार करे, हरेक बंदे नूं हस्पताल च इलाज मिले। गरीब दा बच्चा कनीन की गोली तो बिना ना मर जाए। हस्पताल च एक सिंगल गोली नहीं मिलती सरकारी च। हल की है? हल इहदा इह आ कि सरकारां ते इकट्ठे होकर दबाव पाइए कि सरकारां जनतक जिहड़ी सेवावां है इहनूं बहाल करन, लोकां नूं रोज़गार देण और धनाडां दी लुੱਟ घटाउण। ਉਹਦੇ ਲਈ ਲੋਕਾਂ ਦੀ ਏਕਤਾ ਚਾਹੀਦੀ ਹੈ। ਏਕਤਾ ਨੂੰ ਤੋੜਨ ਵਾਸਤੇ ਉਹ ਸਾਨੂੰ ਮੰਦਰਾਂ, ਮਸੀਤਾਂ, ਗੁਰਦੁਆਰਿਆਂ, ਮੰਦਰਾਂ, ਜਾਤਾਂ, ਧਰਮਾਂ ਦੇ ਰੌਲਿਆਂ 'ਚ ਪਾਉਂਦੇ ਆ। ਕਿਸਾਨ ਯੂਨੀਅਨ ਵੱਡੇ ਲੈਵਲ ਤੇ ਲੜਾਈ ਲੜ ਰਹੀ ਆ ਤੇ ਮਜ਼ਦੂਰ ਜਥੇਬੰਦੀਆਂ ਕਿਉਂ ਫੇਲ? ਅਸੀਂ ਉਹਨਾਂ ਤੋਂ ਪ੍ਰੇਰਨਾ ਲੈਂਦੇ ਆ। ਅੱਜ ਅਸੀਂ ਇੱਥੇ ਚੱਲ ਕੇ ਆਏ ਆ। ਇੱਥੇ ਸਾਡੀ ਪਹਿਲਾਂ ਕੋਈ ਜਥੇਬੰਦੀ ਨਹੀਂ,
ਜਿਹੜੀ ਵੀ ਜਥੇਬੰਦੀ ਆ ਉਹ ਰਵੇ। ਉਸ ਜਥੇਬੰਦੀ ਨੂੰ ਅਸੀਂ ਸੁਨੇਹਾ ਦੇਣ ਆਏ ਆ, ਸਾਡੇ ਤੇ ਮੁਸੀਬਤ ਪੈਂਦੀ ਆ ਤੁਸੀਂ ਆਇਓ, ਤੁਹਾਡੇ ਤੇ ਮੁਸੀਬਤ ਪੈਂਦੀ ਆ ਅਸੀਂ ਆਵਾਂਗੇ ਭੱਜੇ। ਅਸੀਂ ਸੰਪਰਕ ਕਰਨ ਆਏ ਆ। ਜਿਵੇਂ ਉਹਨਾਂ ਨੇ ਬਣਾਇਆ ਉਵੇਂ ਹੀ ਅਸੀਂ ਮਜ਼ਦੂਰਾਂ ਦਾ ਸਾਂਝਾ ਮੋਰਚਾ ਬਣਾਉਣਾ ਚਾਹੁੰਦੇ ਆ ਤੇ ਮਜ਼ਦੂਰਾਂ ਕਿਸਾਨਾਂ ਦਾ ਬਣਾਉਣਾ ਚਾਹੁੰਦੇ ਆ। ਔਰ ਉਹਨਾਂ ਦੁਕਾਨਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ, ਤੁਹਾਡੀਆਂ ਕਮਾਈਆਂ ਉਹ ਅਡਾਣੀਆਂ ਦੇ ਅੰਬਾਣੀਆਂ ਦੇ ਮਾਲ ਲੁੱਟ ਕੇ ਲੈ ਜਾਣਗੇ, ਤੁਹਾਡੇ ਪੱਲੇ ਵੀ ਕੁਝ ਨਹੀਂ ਰਹਿਣਾ, ਸਾਡੇ ਨਾਲ ਲੱਗੋ। ਪ੍ਰਧਾਨ ਜੀ, ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਗੱਲਾਂ ਠੀਕ ਆ, ਪਰ ਬਹੁਤ ਵੱਡੇ ਲੈਵਲ ਦੀਆਂ ਜਿਹੜੀਆਂ ਮਜ਼ਦੂਰ ਦੀਆਂ ਗੱਲਾਂ ਇਹ ਸਮਝ ਨਹੀਂ ਆਉਂਦੀਆਂ। ਜ਼ਮੀਨੀ ਪੱਧਰ ਤੇ ਜਿਹੜੀ ਇਹਨਾਂ ਦੀ ਗੱਲ ਸੌਖੀ ਸਮਝ ਆ ਜੇ ਉਹ ਕੀ ਆ, ਜਿਨ੍ਹਾਂ ਦੀ ਦਿਹਾੜੀ ਦਾ ਮਸਲਾ ਦਿਹਾੜੀ ਦਾ ਮਸਲਾ ਹੈ, ਕੋਈ ਕਾਨੂੰਨ ਲਾਗੂ ਨਹੀਂ। 1886 136 ਸਾਲ ਪਹਿਲਾਂ 8 ਘੰਟੇ ਦੀ ਕੰਮ ਦਿਹਾੜੀ ਉਹਨਾਂ ਸ਼ਹੀਦਾਂ ਨੇ ਲਾਗੂ ਕਰਾਈ ਸੀ, ਉਹ ਵੀ ਮੋਦੀ ਸਰਕਾਰ ਨੇ ਪੁੱਠੀ ਮੋੜਤੀ। ਇਹ ਗੱਲਾਂ ਮਜ਼ਦੂਰਾਂ ਨੂੰ ਸਮਝ ਆਉਣੀਆਂ ਚਾਹੀਦੀਆਂ, ਪਰ ਕਿਉਂ ਮੋੜਤੀ ਇਹ ਗੱਲ ਅੱਜ ਦੇ ਦਿਨ ਸਮਝਣ ਦੀ ਲੋੜ ਆ। ਮਈ ਦਿਵਸ ਤੇ ਇਸ ਕਰਕੇ ਮੋੜਤੀ ਕਿ ਇਹ ਮਜ਼ਦੂਰ ਇਕੱਠੇ ਨਹੀਂ। ਇਹ ਉਦੋਂ ਵੱਡਾ ਮਸਲਾ ਹੈ। ਰੁਜ਼ਗਾਰ ਤਾਂ ਮਿਲੂਗਾ, ਦਿਹਾੜੀ ਤਾਂ ਮਿਲੂਗੀ, ਕੰਮ ਦੇ 8 ਘੰਟੇ ਤਾਂ ਲਾਗੂ ਹੋਣਗੇ ਜੇ ਏਕਤਾ ਹੋਊਗੀ। ਏਕਤਾ ਉਹ ਚਾਹੁੰਦੇ ਨਹੀਂ। ਇਸ ਕਰਕੇ ਅੱਜ ਦੇ ਦਿਨ ਅਸੀਂ ਛੋਟੀਆਂ ਗੱਲਾਂ ਕਰਾਂਗੇ, ਲਾਜ਼ਮੀ ਕਰਦੇ ਵੀ ਹਾਂ, ਪਰ ਇਹ ਵੱਡੀਆਂ ਗੱਲਾਂ ਵੀ ਕਰਨ ਦੀ ਲੋੜ ਹੈ। ਜੇ ਅਸੀਂ ਨਹੀਂ ਕਰਾਂਗੇ ਉਹ ਸਾਨੂੰ ਗੁੰਮਰਾਹ ਕਰਨਗੇ। ਮਤਲਬ ਮੈਂ ਤੁਹਾਨੂੰ ਇੱਕ ਮਿਸਾਲ ਦੇਣੀ ਹੈ ਛੋਟੀ ਜੀ। ਸੰਗਰੂਰ ਜ਼ਿਲ੍ਹੇ 'ਚ ਕਿਸੇ ਪਿੰਡ 'ਚ ਕਿਸੇ ਗਰੀਬ ਬਰਾਦਰੀ ਨੇ ਰਵਿਦਾਸ ਭਗਤ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ, ਬੇਗਮਪੁਰਾ ਦਿਵਸ। ਤੇ ਰਵਿਦਾਸ ਭਾਈਚਾਰੇ ਦੇ ਲੋਕ ਕਹਿੰਦੇ ਇਹ ਤਾਂ ਸਾਡਾ ਗੁਰੂ ਹੈ, ਤੁਸੀਂ ਕਿਉਂ ਮਨਾਉਣੇ ਹੋ? ਇਹਦਾ ਮਤਲਬ ਇਗਨੋਰੈਂਸ ਹੈ। ਉੱਥੇ ਫਿਰ ਵੱਡੀ ਗੱਲ ਕਰਨ ਦੀ ਲੋੜ ਹੈ ਨਾ, ਉਸ ਇਗਨੋਰੈਂਸ ਦਾ ਟਾਕਰਾ ਕਰਨ ਦੀ ਲੋੜ ਹੈ। ਅੱਜ ਦਾ ਦਿਨ ਹੈ ਜਿਹੜਾ ਇਹ ਹਨੇਰੇ ਦੇ ਸ਼ਕਤੀਆਂ ਜਿਹੜੀਆਂ ਹਨੇਰਾ ਫੈਲਾਉਂਦੀਆਂ ਉਹਨਾਂ ਤੋਂ ਚੌਕਸ ਕਰਨ ਦਾ ਦਿਨ ਹੈ। ਇੱਕ ਜਿਹੜੇ ਮਜ਼ਦੂਰਾਂ ਦੀ ਗੱਲ ਏਕਤਾ ਦੀ ਕਰਦੇ ਆ, ਪਰ ਜਿਹੜੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਆਗੂ ਆ ਜਿਨ੍ਹਾਂ ਨੂੰ ਆਪਾਂ ਵੇਰ ਕਹਿ ਸਕਦੇ ਹਾਂ, ਉਹਨਾਂ ਦੀਆਂ ਆਪਦੀਆਂ ਇਹ ਦੁਖਾਂਤ ਹੈ। ਅਸਲੀ ਗੱਲ ਇਹ ਆ ਵੀ ਮਜ਼ਦੂਰ ਜਿਹੜੀ ਮਜ਼ਦੂਰ ਸ਼ਕਤੀ ਹੈ, ਜਿਹਨੂੰ ਆਪਾਂ ਕਹਿੰਦੇ ਆ ਗੈਰ ਜਥੇਬੰਦ ਖੇਤਰ, ਜੇ ਹਿੰਦੁਸਤਾਨ ਦੇ ਅੰਕੜੇ 2011 ਦੇ ਇਹ ਕਹਿੰਦੇ ਆ ਕਿ 45 ਕਰੋੜ ਆ ਜਿਹੜੇ ਕੰਮ ਕਰਨ ਵਾਲੇ ਲੋਕ ਹੈ, ਉਹਨਾਂ ਚੋਂ 44 ਕਰੋੜ ਜਾਂ 43 ਕਰੋੜ ਉਹ ਹੈ ਜਿਹੜੇ ਕਿਸੇ ਜਥੇਬੰਦੀ 'ਚ ਨਹੀਂ ਤੇ ਇੱਕ ਥਾਂ ਕੰਮ ਨਹੀਂ ਕਰਦੇ। ਇੱਥੇ ਮਜ਼ਦੂਰ ਆ ਗਿਆ, ਕੋਈ ਦਿਉਣ ਤੋਂ ਚੱਲ ਕੇ ਆਇਆ, ਕੋਈ ਬਹਿਮਣ ਦਵਾਨੇ ਤੋਂ, ਇਹਨੂੰ ਨਹੀਂ ਪਤਾ ਮੈਂ ਕਿੱਥੇ ਕੰਮ ਤੇ ਜਾਣਾ। ਇਹ ਗੈਰ ਜਥੇਬੰਦ ਖੇਤਰ ਹੈ, ਇਸ ਨੂੰ ਜਥੇਬੰਦ ਨਹੀਂ ਕੀਤਾ ਗਿਆ। ਉਹ ਜਿਹੜਾ ਸਿਆਪੇ ਪਾਏ ਹੈ ਉਹ ਮੇਰੇ ਵਰਗੇ ਚਿੱਟ ਕੱਪੜੀਆਂ ਦੇ ਪਾਏ ਹੋਏ ਆ। ਇਹਨਾਂ ਮਜ਼ਦੂਰਾਂ ਦਾ ਕੋਈ ਰੌਲਾ ਨਹੀਂ। ਉਹਨਾਂ ਤੇ ਵੀ ਕਾਬੂ ਤਾਂ ਹੀ ਪਊਗਾ ਜੇ ਇਹ ਸੱਚੀ ਮੁੱਚੀ ਦੇ ਮਜ਼ਦੂਰ ਝੰਡੇ ਚੱਕਣਗੇ। ਮਜ਼ਦੂਰ ਨੰਗੀਆਂ ਬਹੁਤ ਸਾਰੇ ਲੀਡਰ ਨੇ ਜਥੇਬੰਦੀਆਂ ਦੇ ਜਿਹੜੇ ਕੰਮ ਕਰਦੇ, ਉਹਨਾਂ ਨੰਗ ਕੇ ਫਿਰ ਆ ਕੇ ਉੱਥੇ ਹੀ ਖੜ ਜੰਨੇ ਆ ਜਿੱਥੋਂ ਫਿਰ ਏਕਤਾ ਹੋਣੀ ਚਾਹੀਦੀ ਹੈ। ਏਕਤਾ ਹੋ ਪਾ ਰਹੀ। ਇਹਦਾ ਕਾਰਨ ਇਹ ਆ ਵੀ ਉਹ ਮਜ਼ਦੂਰ ਜਮਾਤ ਦਾ ਸਿਰਫ ਨਾਂ ਲੈਂਦੇ ਆ, ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨੂੰ ਦਿਮਾਗ ਦਾ ਹਿੱਸਾ ਨਹੀਂ ਬਣਾਇਆ। ਮਜ਼ਦੂਰ ਜਮਾਤ ਦੀ ਬੁਨਿਆਦੀ ਗੱਲ ਹੀ ਇਹ ਆ, ਜੇ ਮਜ਼ਦੂਰ ਇਕੱਠਾ ਤਾਂ ਬਚੂਗਾ, ਜੇ ਨਹੀਂ ਇਕੱਠਾ ਤਾਂ ਲੁੱਟਿਆ ਜਾਊਗਾ। ਪਹਿਚਾਣ ਕਿਵੇਂ ਹੋਊਗੀ ਲੀਡਰ ਦੀ? ਤੁਸੀਂ ਜਿਹਨੇ ਥੋੜੀ ਦੀ ਵਾਰ ਬਾਅਦ ਕੋਈ ਹੋਰ ਆ ਗਿਆ। ਪਹਿਚਾਣ ਤਾਂ ਦੇਖੋ ਹਰੇਕ ਦੀ ਅਮਲਾਂ ਨਾਲ ਹੋਣੀ ਹੈ। ਤੁਸੀਂ ਗੁਰਸਿੱਖ ਹੋ, ਇੱਕ ਇੱਥੇ ਹੋਰ ਗੁਰਸਿੱਖ ਖੜਾ, ਤੁਸੀਂ ਜਾਂਦੇ ਕੋਈ ਇੱਥੇ ਚਿੜੀ ਦਾ ਬੋਟ ਤੜਫ ਰਿਹਾ, ਤੁਸੀਂ ਪਾਣੀ ਪਿਲਾਉਣੇ ਹੋ, ਇੱਕ ਠੇਡਾ ਮਾਰ ਕੇ ਲੰਘ ਜਾਂਦਾ ਹੈ ਤਾਂ ਦੋਨੇ 5 ਕਕਾਰਾਂ ਵਾਲੇ, ਪਰ ਪਰਖ ਕਿਵੇਂ ਹੋਊਗੀ? ਅਮਲ ਤੋਂ। ਅਮਲਾਂ 'ਚੋਂ ਪਤਾ ਲੱਗਣਾ ਹੈ। ਮੈਂ ਆ ਕੇ ਚੰਗਾ ਆਪਦੇ ਆਪ ਨੂੰ ਕਹਾਂ ਅੱਜ ਮੈਂ ਕਹਿ ਰਿਹਾ, ਇਹਦੇ ਨਾਲ ਨਹੀਂ ਪਤਾ ਲੱਗਣਾ। ਜਦੋਂ ਕੱਲ ਨੂੰ ਇਹਨਾਂ ਤੇ ਮੁਸੀਬਤ ਪਊਗੀ ਉਦੋਂ ਮੈਂ ਆਉਣਾ ਕਿ ਨਹੀਂ, ਉਦੋਂ ਪਤਾ ਲੱਗੂਗਾ ਵੀ ਚੰਗਾ। ਕਈ ਮਜ਼ਦੂਰਾਂ ਨਾਲ ਸਾਡੀ ਗੱਲ ਹੋਈ, ਉਹ ਕਹਿੰਦੇ ਵੀ ਸਾਨੂੰ ਇੱਥੇ ਛੋਟੀ ਜਿਹੀ ਸ਼ੈੱਡ ਪਾਉਣ ਦੀ ਲੋੜ ਸੀ। ਚਲੋ ਹੈ ਆਰਥਿਕਤਾ ਦੀ ਪ੍ਰੋਬਲਮ ਹੋ ਸਕਦੀ ਹੈ, ਹਾਂ, ਪਰ ਸਾਡੇ ਨਾਲ ਕੋਈ ਜਥੇਬੰਦੀ ਵੀ ਨਹੀਂ ਆ ਕੇ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਇਹਨਾਂ ਨੂੰ ਮਜ਼ਦੂਰਾਂ ਨੂੰ ਪੱਲਿਓਂ ਸ਼ੈੱਡ ਪਾਉਣ ਦੀ ਲੋੜ ਨਹੀਂ। ਜਿਹੜਾ ਪੰਜਾਬ ਦਾ ਐਕਟ ਬਣਿਆ, ਨਿਰਮਾਣ ਮਜ਼ਦੂਰਾਂ ਦਾ ਐਕਟ ਹੈ, ਉਸ ਐਕਟ ਦੇ ਤਹਿਤ ਇਹ ਆ ਵੀ ਇਹ ਡੀਸੀ ਦੀ ਡਿਊਟੀ ਬਣਦੀ ਹੈ ਵੀ ਉਹ ਸ਼ੈੱਡ ਪਾ ਕੇ ਦੇਵੇ। ਇਹਨਾਂ ਨੂੰ ਪੈਸਾ ਲਾਉਣ ਦੀ ਲੋੜ ਨਹੀਂ। ਹਾਂ, ਇਹ ਕੰਮ ਹੋਊਗਾ ਕਦੋਂ? ਜਦੋਂ ਇਹਨਾਂ ਦੀ ਯੂਨੀਅਨ ਹੋਊਗੀ, ਪ੍ਰਸ਼ਾਸਨ ਤੇ ਦਬਾਅ ਪਾਵਾਂਗੇ। ਇਹ ਠੀਕ ਹੈ, ਜਥੇਬੰਦੀਆਂ ਦੀ ਕਮਜ਼ੋਰੀ ਹੈ, ਇਹਨਾਂ ਨੂੰ ਆ ਕੇ ਕਿਸੇ ਨੇ ਦੱਸਿਆ ਨਹੀਂ। ਇਹਨਾਂ ਦਾ ਇਹ ਵੀ ਐਕਟ ਬਣਦਾ ਵੀ ਇਹਨਾਂ ਦੇ ਪੈਸੇ ਕੱਟੇ ਜਾਣ ਇੱਕੋ ਵਾਰੀ ਸਾਲ 'ਚ 120 ਰੁਪਏ ਤੇ 25 ਰੁਪਏ ਮਤਲਬ ਉਹਦੀ ਸਾਲਾਨਾ ਫੀਸ ਹੈ। ਤੇ ਇਹਨਾਂ ਨੂੰ ਬਾਅਦ 'ਚ ਸਹੂਲਤਾਂ ਮਿਲਦੀਆਂ, ਡੈਥ ਕੇਸ 'ਚ, ਐਕਸੀਡੈਂਟ 'ਚ, ਬੱਚਿਆਂ ਦਾ ਵਜ਼ੀਫਾ, ਸਾਈਕਲ, ਇਹ ਸਹੂਲਤਾਂ ਮਿਲਦੀਆਂ ਇਹਨਾਂ ਨੂੰ। ਹੁਣ ਇਹਨਾਂ ਨੂੰ ਗਿਆਨ ਨਹੀਂ, ਜਥੇਬੰਦੀਆਂ ਆਪਦਾ ਫਰਜ਼ ਨਹੀਂ ਅਦਾ ਕਰ ਰਹੀਆਂ। ਇਹ ਸਾਡੀ ਘਾਟ ਹੈ ਜਥੇਬੰਦੀਆਂ ਦੀ। ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਵੀ ਲੱਗਿਆ ਤੇ ਤੁਹਾਡੀਆਂ ਜਥੇਬੰਦੀਆਂ ਨੇ ਸਪੋਰਟ ਵੀ ਕੀਤੀ, ਉਹਨਾਂ ਦੇ ਸੰਘਰਸ਼ ਦੇ ਵਿੱਚ ਕਰਨੀ ਵੀ ਚਾਹੀਦੀ ਜੀ। ਪਰ ਜਦੋਂ ਲੜਾਈ ਲੜਨੀ ਪੈਂਦੀ ਹੈ ਮਜ਼ਦੂਰਾਂ ਦੀ, ਉੱਥੇ ਕੋਈ ਵੀ ਕਿਸਾਨ ਜਥੇਬੰਦੀ ਨਹੀਂ। ਇੱਥੇ ਵੀ ਇੱਕ ਬਹੁਤ ਵੱਡਾ ਵੱਟਾ ਹੈ। ਕਿਸਾਨ 1.5 ਕਿੱਲੇ ਵਾਲਾ ਵੀ ਹੈ, 150 ਕਿੱਲੇ ਵਾਲਾ ਵੀ ਹੈ। ਠੀਕ ਹੈ ਜੀ। ਕਿਸਾਨ ਇੱਕ ਹੁਣ ਉਹ ਵੀ ਹੋ ਗਿਆ ਜਿਹੜਾ ਮੇਰੀ ਜ਼ਮੀਨ ਠੇਕੇ ਤੇ ਲੈ ਕੇ ਕੰਮ ਕਰਦਾ ਹੈ ਤਾਂ ਉਹ ਕਿਸਾਨ। ਵੱਡੀ ਗਿਣਤੀ ਕਿਸਾਨਾਂ 'ਚ ਉਹ ਹੈ ਜਿਹੜੇ ਜ਼ਮੀਨ ਦੇ ਮਾਲਕ ਨਹੀਂ। ਹਜੇ ਉੱਥੇ ਵੀ ਇੱਕ ਰੱਟਾ ਹੈ। ਮਜ਼ਦੂਰ ਕਿਸਾਨ ਏਕਤਾ ਦਾ ਨਾਰਾ ਵੇਗ ਨਹੀਂ,
ਇਹਨਾਂ ਮਜ਼ਦੂਰਾਂ ਨਾਲ ਕੌਣ ਖੜੂਗਾ? ਜਿਹੜਾ ਬੇਜ਼ਮੀਨ ਹੈ। ਬੇਜ਼ਮੀਨੇ ਨਾਲ ਕੌਣ ਖੜੂਗਾ? ਜਿਹੜਾ ਠੇਕੇ ਤੇ ਜ਼ਮੀਨ ਲੈਂਦਾ ਹੈ। ਤੇ ਠੇਕੇ ਤੇ ਲੈਣ ਵਾਲੇ ਨਾਲ ਕੌਣ ਖੜੂਗਾ? ਜਿਹੜੇ 85% 2.5 ਕਿੱਲਿਆਂ ਤੋਂ ਥੱਲੇ ਵਾਲੇ। ਹੁਣ 150 ਕਿੱਲੇ ਵਾਲੇ ਦੀ ਉਹ ਮੁਸੀਬਤ ਨਹੀਂ ਜਿਹੜੀ ਦਿਹਾੜੀ ਕਰਨ ਵਾਲੇ ਦੀ। ਇਸ ਲਈ ਉੱਥੇ ਵੀ ਇੱਕ ਫਰਕ ਹੈ, ਜਮਾਤੀ ਨਜ਼ਰੀਆ ਉੱਥੇ ਵੀ ਚਾਹੀਦਾ। ਇੱਕ ਮਜ਼ਦੂਰ ਦੇ ਜਿਹੜੇ ਐਸਸੀ ਆ ਖਾਸ ਕਰ ਉਹਦੀ ਇਨਕਮ 2.5 ਲੱਖ ਆ ਤੇ ਜਿਹੜੇ ਜ਼ਮੀਨ ਵਾਲੇ ਦੀ 8 ਲੱਖ ਆ, ਇਹਦੇ ਚ ਵੀ ਕਿਤੇ ਨਾ ਕਿਤੇ ਅਸੀਂ ਬਿਲਕੁਲ ਕਹਿੰਦੇ ਆ ਇਹ ਸਾਡੇ ਲਈ ਗਰੀਬ ਹੈ। ਪਹਿਲੀ ਸ਼ਰਤ ਸਾਡੇ ਲਈ ਗਰੀਬ ਹੈ। ਪਰ ਇੱਕ ਗੱਲ ਆਪਾਂ ਭੁੱਲੀਏ ਨਾ, ਜਿਹੜਾ ਐਸਸੀ ਹੈ ਉਹ ਡੀਸੀ ਵੀ ਲੱਗ ਜੇ ਉਹਨੂੰ ਤਾਂ ਵੀ ਲੋਕ ਚੰਗਾ ਨਹੀਂ ਸਮਝਦੇ। ਇਹ ਹਿੰਦੁਸਤਾਨ ਦੀ ਬਦਕਿਸਮਤੀ ਹੈ। ਮੈਂ ਨਹੀਂ ਕਹਿੰਦਾ ਵੀ ਉਹ ਗਰੀਬ ਹੈ। ਐਸਸੀ ਐਮਐਲਏ ਵੀ ਬਣ ਜੇ ਉਹਨੂੰ ਸਤਿਕਾਰ ਨਹੀਂ ਉਹ ਮਿਲਦਾ ਜਿਹੜਾ ਦੂਜੇ ਨੂੰ ਮਿਲਦਾ। ਇਹ ਹਿੰਦੁਸਤਾਨ ਦੀ ਬਦਕਿਸਮਤੀ ਹੈ। ਸਾਨੂੰ ਇਹਦਾ ਖਿਆਲ ਰੱਖਣਾ ਚਾਹੀਦਾ। ਇਹ ਵੀ ਖਿਆਲ ਰੱਖਣਾ ਪਊਗਾ ਸਰ। ਇੱਕ ਜਿਹੜੀ ਮਾਨਸਿਕਤਾ ਪਿਛਲੇ ਦਿਨ ਹੀ ਸਰਕਾਰ ਨੇ ਫੈਸਲਾ ਸੀ ਬਿਜਲੀ ਬਿੱਲ ਨੂੰ ਲੈ ਕੇ ਲਿਆ ਸੀ, ਉਹਦਾ ਜਰਨਲ ਸਮਾਜ ਨੇ ਬਹੁਤ ਵੱਡੇ ਲੈਵਲ ਤੇ ਵਿਰੋਧ ਕੀਤਾ ਤੇ ਸਰਕਾਰ ਨੂੰ ਬੈਕਫੁੱਟ ਤੇ ਜਾਣਾ ਪਿਆ। ਇਹਨੂੰ ਕਿਵੇਂ ਦੇਖਦੇ? ਉਹਦਾ ਕਾਰਨ ਇਹ ਹੈ ਜੀ ਵੀ ਲੋਕਾਂ ਦੀਆਂ ਇਨਕਮਾਂ ਵੱਧ ਨਹੀਂ ਰਹੀਆਂ, ਰਾਦਰ ਘਟ ਰਹੀਆਂ। ਕਰੋਨਾ ਨੇ ਹੋਰ ਮਾਰ ਪਈ ਆ, ਕਾਰੋਬਾਰ ਪਿੱਛੇ ਪੈ ਗਏ। ਇਸ ਮਾਰ 'ਚ ਮੱਧ ਵਰਗ ਦਾ ਬਹੁਤ ਵੱਡਾ ਹਿੱਸਾ ਆ ਗਿਆ। ਮੱਧ ਵਰਗ BPL ਚਲਾ ਗਿਆ। ਔਰ ਪੰਜਾਬ ਦੀ ਬਦਕਿਸਮਤੀ ਇਹ ਆ ਵੀ ਕੁੱਲ ਕਮਾਈ ਦਾ ਮਿਨੀਮਮ 33% ਕੱਲੀ ਬਿਜਲੀ ਲੈ ਜਾਂਦੀ ਹੈ। ਠੀਕ ਹੈ ਨਾ? ਇਸ ਕਰਕੇ ਹਾਹਾਕਾਰ ਮੱਚੀ ਹੈ। ਅਸੀਂ ਇਹ ਕਹਿੰਦੇ ਆ ਜਿਹੜਾ ਗਰੀਬ ਹੈ, ਜਿਹਦੇ ਕੋਲੇ ਕੋਈ ਕਮਾਈ ਦਾ ਸਾਧਨ ਨਹੀਂ, ਜ਼ਮੀਨ ਨਹੀਂ, ਜਾਇਦਾਦ ਨਹੀਂ, ਕੋਈ ਕਾਰੋਬਾਰ ਨਹੀਂ, ਉਹਦਾ ਮਾਫ ਕਰ ਦਿਓ। ਉਹਦੀ ਕੋਈ ਜਾਤ ਹੈ, ਕੋਈ ਧਰਮ ਹੈ, ਪੂਰੀ ਮਾਫ ਕਰ ਦਿਓ। ਇੱਥੇ ਉਲਟਾ ਕਾਰਖਾਨੇਦਾਰਾਂ ਨੂੰ ਸਬਸਿਡੀ ਮਿਲ ਰਹੀ ਹੈ, ਗਰੀਬਾਂ ਨੂੰ ਲੱਖ ਲੱਖ ਰੁਪਏ ਦੇ ਬਿੱਲ ਆ ਰਹੇ ਹੈ। ਇੱਥੇ ਇਹ ਲੜਾਈ ਹੈ। ਇਸ ਲਈ ਸਰਕਾਰ ਨੇ ਜੇ ਫੈਸਲਾ ਕਰਨਾ ਹੈ, ਵਿਵੇਕਪੂਰਨ ਫੈਸਲਾ ਕਰੇ, ਸਰਵੇ ਕਰਾਵੇ। ਪਿੰਡ 'ਚ ਇੱਕ ਸਰਵੇ ਬਹੁਤ ਸੌਖਾ ਹੈ, ਜਾਤੀ ਛੱਡ ਦੇ। ਜਿਸ ਬੰਦੇ ਕੋਲੇ ਜ਼ਮੀਨ ਦੀ ਮਾਲਕੀ ਨਹੀਂ, ਕੱਚਾ ਘਰ ਹੈ, ਵੱਡਾ ਪਰਿਵਾਰ ਹੈ, ਉਹਦੀ ਬਿਜਲੀ ਮਾਫ ਕਰ ਦੇ, ਕਿਸੇ ਜਾਤੀ ਦਾ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਜਾਤੀ ਦੀ ਗੱਲ ਕੀਤੀ ਹੈ ਵੀ ਜਾਤੀ ਛੱਡ ਦੇਣੀ ਚਾਹੀਦੀ ਹੈ, ਪਰ ਜਾਤੀ ਦਾ ਬਹੁਤ ਵੱਡਾ ਇਸ਼ੂ ਹੈ ਪਿੰਡਾਂ 'ਚ। ਜਾਤੀ ਨੂੰ ਲੈ ਕੇ ਝੋਨੇ ਦੀ ਲਵਾਈ ਨੂੰ ਵੱਖ-ਵੱਖ ਮਸਲਿਆਂ ਤੇ ਹੋਇਆ, ਪਰ ਕੋਈ ਵੀ ਉਹਨਾਂ ਦਾ ਸਾਥ ਨਹੀਂ। ਜਿਹੜਾ ਭਾਰਤੀ ਉਪ ਮਹਾਦੀਪ ਹੈ, ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਇੱਥੇ ਧਰਮ ਆ ਗਏ ਵੱਖੋ ਵੱਖ, ਇਸਲਾਮ ਆ ਗਿਆ, ਬੁੱਧ ਆ ਗਿਆ, ਲੇਕਿਨ ਇੱਥੇ ਜਾਤੀ ਨਹੀਂ ਗਈ। ਇਹਨੂੰ ਅਸੀਂ ਆਪਦੀ ਭਾਸ਼ਾ 'ਚ ਕਹਿੰਦੇ ਆ ਕਿ ਬੰਦੇ ਦਾ ਫੈਸਲਾ ਉਹਦੇ ਜਨਮ ਦੇ ਆਧਾਰ ਤੇ ਕੀਤਾ ਜਾਂਦਾ, ਗੁਣਾਂ ਦੇ ਆਧਾਰ ਤੇ ਨਹੀਂ। ਇੱਥੇ ਰਵਿਦਾਸ ਨੂੰ ਵੀ ਉਹ ਸਥਾਨ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ। ਹਿੰਦੁਸਤਾਨ ਦਾ ਪਿਛਲੇ 4-5 ਸਦੀਆਂ ਦਾ ਸਭ ਤੋਂ ਵੱਡਾ ਵਿਦਵਾਨ ਕਬੀਰ ਹੈ, ਉਹਨੂੰ ਉਹ ਸਥਾਨ ਨਹੀਂ ਮਿਲਿਆ ਜਿਹੜਾ ਮਿਲਣਾ ਚਾਹੀਦਾ। ਇਸ ਲਈ ਹਿੰਦੁਸਤਾਨ ਦੀ ਜਿਹੜਾ ਉਪ ਮਹਾਦੀਪ ਦੇ ਦੇਸ਼ ਹੈ, ਇੱਥੇ ਜਾਤ ਵੱਡੀ ਬਹੁਤ ਵੱਡੀ ਸਮੱਸਿਆ ਹੈ। ਸਾਨੂੰ ਜਾਤੀ ਦੇ ਖਿਲਾਫ ਵੀ ਲੜਨਾ ਪੈਣਾ ਹੈ। ਇਸੇ ਲਈ ਸਾਡਾ ਨਾਰਾ ਹੈ, ਭਾਰਤ ਨੂੰ ਇੱਕ ਸਮਾਜ ਬਣਾਓ। ਉਹ ਬੇਗਮਪੁਰਾ ਹੀ ਹੈ ਕੈਸਾ, ਜਿਹਦੇ 'ਚ ਕੋਈ ਜਾਤੀ ਨਾ ਹੋਵੇ, ਕੋਈ ਜਮਾਤ ਨਾ ਹੋਵੇ, ਔਰਤਾਂ ਨੂੰ ਆਜ਼ਾਦੀ ਹੋਵੇ, ਧਰਮ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਾ ਹੋਵੇ, ਮੁਕੰਮਲ ਸਮਾਨਤਾ ਦੇ ਆਧਾਰ ਤੇ ਵਤੀਰਾ ਹੋਵੇ। ਅਸੀਂ ਐਸਾ ਸਮਾਜ ਚਾਹੁੰਦੇ ਹਾਂ।